हाँ जी, ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਸ ਕਲਾਸਿਸ 'ਤੇ। ਹਾਂਜੀ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਭਾਰਤੀ ਸੰਵਿਧਾਨ ਦੇ ਬਾਰੇ ਗੱਲ ਕਰਾਂਗੇ। ਭਾਰਤੀ ਸੰਵਿਧਾਨ ਕਿਵੇਂ ਬਣਿਆ, ਕਿਉਂਕਿ ਭਾਰਤੀ ਸੰਵਿਧਾਨ ਨੂੰ ਆਪਾਂ ਪੂਰੀ ਤਰ੍ਹਾਂ ਚੰਗੀ ਡਿਟੇਲ ਦੇ ਵਿੱਚ ਪੜ੍ਹਾਂਗੇ, ਕਿਉਂਕਿ ਇਹ ਪੰਜਾਬ ਦੇ ਜਿੰਨੇ ਵੀ ਪੇਪਰ ਹਨ, ਜਿਵੇਂ ਕਿ PS ਟੈਟ ਦੇ ਵਿੱਚ 3 ਤੋਂ 4 ਪ੍ਰਸ਼ਨ ਇਸ ਦੇ ਵਿੱਚੋਂ ਜ਼ਰੂਰ ਪੁੱਛੇ ਜਾਂਦੇ ਹਨ। ਕਿਉਂਕਿ ਪੁਰਾਣੇ ਪੇਪਰਾਂ ਦੇ ਵਿੱਚ ਵੀ ਸੰਵਿਧਾਨ ਨਾਲ ਰਿਲੇਟਡ 2 ਤੋਂ 3 ਪ੍ਰਸ਼ਨ ਜ਼ਰੂਰ ਪੁੱਛੇ ਗਏ ਹਨ, ਅਤੇ ਹੋਰ ਵੀ ਜਿੰਨੇ ਵੀ ਪੰਜਾਬ ਦੇ ਐਗਜ਼ਾਮ ਹਨ ਉਹਨਾਂ ਦੇ ਵਿੱਚ ਭਾਰਤੀ ਸੰਵਿਧਾਨ ਨਾਲ ਰਿਲੇਟਡ 2 ਤੋਂ 3 ਪ੍ਰਸ਼ਨ ਜ਼ਰੂਰ ਪੁੱਛੇ ਜਾਂਦੇ ਹਨ। ਸੋ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ, ਤਾਂ ਕਿ ਤੁਹਾਨੂੰ ਭਾਰਤੀ ਸੰਵਿਧਾਨ ਨਾਲ ਰਿਲੇਟਡ ਕੋਈ ਵੀ ਨੰਬਰ ਨਾ ਕੱਟਿਆ ਜਾਵੇ। ਅਤੇ ਜੇਕਰ ਤੁਸੀਂ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਆਪਣੀਆਂ ਜਿੰਨੀਆਂ ਵੀ ਆਉਣ ਵਾਲੀਆਂ ਵੀਡੀਓਜ਼ ਹਨ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਤੇ ਅੱਜ ਦੀ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਹਾਂਜੀ, ਭਾਰਤੀ ਸੰਵਿਧਾਨ ਪਹਿਲਾਂ ਤਾਂ ਸ਼ੁਰੂਆਤ ਹੁੰਦੀ ਕਿੱਥੋਂ ਆ ਗਈ। ਭਾਰਤੀ ਸੰਵਿਧਾਨ ਦੀ ਸ਼ੁਰੂਆਤ ਬਹੁਤ ਟਾਈਮ ਪਹਿਲਾਂ, ਮਤਲਬ ਕਿ ਕਦੋਂ ਹੁੰਦੀ ਹੈ, ਜਦੋਂ 1600 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਆਈ ਸੀ। ਉਹ ਵਪਾਰ ਕਰਨ ਆਈ ਸੀ। ਵਪਾਰ ਕਰਨ ਕਰਦੇ ਉਹਨਾਂ ਨੇ ਆਪਣੇ ਦੇਸ਼ 'ਤੇ ਕਬਜ਼ਾ ਕਰ ਲਿਆ ਸੀ। ਬ੍ਰਿਟਿਸ਼ ਸਰਕਾਰ ਨੇ ਕੰਪਨੀ ਭੇਜੀ ਸੀਗੀ। ਹੌਲੀ ਹੌਲੀ ਪਹਿਲਾਂ ਉਹਨਾਂ ਨੇ ਬੰਗਾਲ, ਬੰਬਈ, ਕਲਕੱਤੇ ਦੇ ਵਿੱਚ ਇੱਥੇ ਇਹਨਾਂ ਨੇ ਰਾਜ ਕੀਤਾ ਸੀ, ਪਰ ਹੌਲੀ ਹੌਲੀ ਉਹ ਪੂਰੇ ਦੇਸ਼ ਦੇ ਵਿੱਚ ਕਬਜ਼ਾ ਕਰ ਲਿਆ ਸੀ ਉਹਨਾਂ ਨੇ। ਅਤੇ ਉਹ ਦੇਖਦੇ ਹੋਏ ਉਹਨਾਂ ਨੇ ਆਪਣੇ ਜੋ ਆਜ਼ਾਦੀ ਘੁਲਾਟੀਏ ਸੀ ਉਹਨਾਂ ਨੇ ਆਪਣੇ ਸੰਵਿਧਾਨ ਦੀ ਮੰਗਣੀ ਸ਼ੁਰੂ ਕਰਤੀ ਸੀ। ਅਤੇ ਉਹਨਾਂ ਦੇ ਵਿੱਚੋਂ ਬਾਲ ਗੰਗਾਧਰ ਤਿਲਕ ਇੱਕ ਸੀ, ਜਿਨ੍ਹਾਂ ਨੇ ਸੰਵਿਧਾਨ ਦੀ ਸਭ ਤੋਂ ਪਹਿਲਾਂ 1895 ਦੇ ਵਿੱਚ ਮੰਗ ਕੀਤੀ ਸੀ ਕਿ ਭਾਰਤੀਆਂ ਦਾ ਖੁਦ ਦਾ ਸੰਵਿਧਾਨ ਹੋਣਾ ਚਾਹੀਦਾ ਹੈ। ਫਿਰ ਇਸ ਤੋਂ ਬਾਅਦ ਮਹਾਤਮਾ ਗਾਂਧੀ ਨੇ ਅਸਿੱਧੇ ਰੂਪ ਦੇ ਵਿੱਚ 1922 ਈਸਵੀ ਵਿੱਚ ਕਿਹਾ ਸੀ ਕਿ ਭਾਰਤੀ ਆਪਣਾ ਸੰਵਿਧਾਨ ਖੁਦ ਬਣਾਉਣਗੇ, ਕਿਉਂਕਿ ਭਾਰਤੀ ਲੋਕ ਸੀ ਜੋ ਅੰਗਰੇਜ਼ਾਂ ਦੇ ਅਧੀਨ ਕੰਮ ਕਰਦੇ ਸੀ। ਭਾਰਤੀਆਂ ਨੂੰ ਕੋਈ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ ਜਾਂਦੀ ਸੀ। ਉਹ ਭਾਰਤੀਆਂ 'ਤੇ ਅਤਿਆਚਾਰ ਕਰਦੇ ਸਨ। ਅਤੇ ਹੌਲੀ ਹੌਲੀ ਕੀ ਹੋਇਆ, 1934 ਦੇ ਵਿੱਚ MN ਰੋਏ ਨੇ ਸੰਵਿਧਾਨ ਸਭਾ ਬਣਾਉਣ ਲਈ ਵਿਚਾਰ ਦਿੱਤਾ ਸੀ। 1934 ਦੇ ਵਿੱਚ ਇਹ ਵਿਚਾਰ MN ਰੋਏ ਨੇ ਸਵਰਾਜ ਪਾਰਟੀ ਨੂੰ ਦਿੱਤਾ ਸੀ। ਹੁਣ ਪੇਪਰ ਦੇ ਵਿੱਚ ਕਿਸ ਤਰ੍ਹਾਂ ਪ੍ਰਸ਼ਨ ਪੁੱਛੇ ਜਾਂਦੇ ਹਨ। ਪੇਪਰ ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਸੰਵਿਧਾਨ ਸਭਾ ਬਣਾਉਣ ਲਈ ਸਭ ਤੋਂ ਪਹਿਲਾਂ ਵਿਚਾਰ ਕਿਹਨੇ ਦਿੱਤਾ ਸੀ। ਤਾਂ ਇਹ ਵਿਚਾਰ ਦਿੱਤਾ ਸੀ MN ਰੋਏ ਨੇ 1934 ਦੇ ਵਿੱਚ। ਕਈ ਵਾਰ ਇਹ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ MN ਰੋਏ ਨੇ ਸੰਵਿਧਾਨ ਸਭਾ ਬਣਾਉਣ ਲਈ ਕਿਸ ਪਾਰਟੀ ਨੂੰ ਵਿਚਾਰ ਦਿੱਤਾ ਸੀ। ਤਾਂ ਇਹ MN ਰੋਏ ਨੇ ਸਵਰਾਜ ਪਾਰਟੀ ਨੂੰ ਵਿਚਾਰ ਦਿੱਤਾ ਸੀ ਕਿ ਭਾਰਤੀਆਂ ਦੀ ਖੁਦ ਦੀ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ। ਫਿਰ ਇਸ ਤੋਂ ਬਾਅਦ 1935 ਦੇ ਵਿੱਚ ਪਹਿਲੀ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਸੰਵਿਧਾਨ ਨੂੰ ਬਣਾਉਣ ਲਈ ਸੰਵਿਧਾਨ ਸਭਾ ਦੀ ਮੰਗ ਕੀਤੀ ਸੀ, ਕਿਉਂਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਬ੍ਰਿਟਿਸ਼ ਸਰਕਾਰ ਨੂੰ ਕਿਹਾ ਸੀ ਕਿ ਸਾਡੇ ਦੇਸ਼ ਦੇ ਲੋਕਾਂ ਦੀ ਖੁਦ ਦਾ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਭਾਰਤੀ ਮੈਂਬਰ ਹੋਣੇ ਚਾਹੀਦੇ ਹਨ, ਅਤੇ ਸਾਡਾ ਖੁਦ ਦਾ ਸੰਵਿਧਾਨ ਹੋਣਾ ਚਾਹੀਦਾ ਹੈ। ਪਰ ਅੰਗਰੇਜ਼ਾਂ ਨੇ ਠੁਕਰਾ ਦਿੱਤਾ ਸੀ। ਹੌਲੀ ਹੌਲੀ ਮੰਗ ਵੱਧਦੀ ਗਈ। 1938 ਦੇ ਵਿੱਚ ਜਵਾਹਰ ਲਾਲ ਨਹਿਰੂ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਸੰਵਿਧਾਨ ਸਭਾ ਦੇ ਮੈਂਬਰ ਜੋ ਹੋਣਗੇ ਉਹ ਬਾਲਗ ਵੋਟ ਦੇ ਆਧਾਰ 'ਤੇ ਹੋਣਗੇ। ਮਤਲਬ ਕਿ ਜੋ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਜਾਣਗੇ ਉਹ ਭਾਰਤੀ ਲੋਕ ਆ ਜਿਹੜੇ ਉਹ ਆਪਣੀਆਂ ਵੋਟਾਂ ਦੇ ਆਧਾਰ 'ਤੇ ਚੁਣਨਗੇ। ਮਤਲਬ ਕਿ ਬਾਲਗ ਵੋਟ, ਜਿਵੇਂ ਕਿ ਹੁਣ ਇਸ ਸਮੇਂ ਕਰੰਟ ਦੇ ਵਿੱਚ 18 ਸਾਲ ਦੇ ਜਿਨ੍ਹਾਂ ਦੀ ਉਮਰ ਹੁੰਦੀ ਹੈ ਪਲੱਸ ਹੁੰਦੀ ਹੈ ਇਸ ਤੋਂ, ਉਹ ਵੋਟ ਪਾਉਂਦੇ ਹਨ, ਉਹਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ। ਉਸ ਸਮੇਂ ਕੀ ਸੀ, 21 ਸਾਲ ਜਿਨ੍ਹਾਂ ਦੀ ਉਮਰ ਹੁੰਦੀ ਸੀ ਜਾਂ ਇਸ ਤੋਂ ਜ਼ਿਆਦਾ ਉਹ ਵੋਟ ਪਾ ਸਕਦੇ ਸੀ। ਵੋਟ ਪਾਉਣ ਦਾ ਅਧਿਕਾਰ 21 ਸਾਲ ਸੀ। ਸੋ ਜੋ ਜਵਾਹਰ ਲਾਲ ਨਹਿਰੂ ਨੇ ਇਹ ਗੱਲ ਕਹੀ ਸੀ ਕਿ ਸੰਵਿਧਾਨ ਸਭਾ ਦੇ ਮੈਂਬਰ ਹੋਣਗੇ ਉਹ ਵੋਟਾਂ ਦੇ ਆਧਾਰ 'ਤੇ ਚੁਣੇ ਹੋਏ ਮੈਂਬਰ ਹੋਣਗੇ, ਅਤੇ ਇਹ ਮੰਗ ਉਹਨਾਂ ਨੇ ਬ੍ਰਿਟਿਸ਼ ਸਰਕਾਰ ਦੇ ਅੱਗੇ ਰੱਖੀ ਸੀ। ਫਿਰ 1940 ਦੇ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਇਹ ਮੰਗ ਨੂੰ ਸਵੀਕਾਰ ਕਰ ਲਿਆ ਸੀ ਕਿ ਠੀਕ ਹੈ, ਅਸੀਂ ਸੰਵਿਧਾਨ ਸਭਾ ਬਣਾਉਣ ਲਈ ਤਿਆਰ ਹਾਂ।
ਫਿਰ 1942 ਦੇ ਵਿੱਚ ਜਾ ਕੇ ਬ੍ਰਿਟਿਸ਼ ਸਰਕਾਰ ਨੇ ਉੱਧਰੋਂ ਇੱਕ ਕੈਬਨਿਟ ਮੰਤਰੀ ਭੇਜਿਆ ਸੀ, ਸਟੈਂਫਰਡ ਕ੍ਰਿਪਸ ਨੂੰ ਭੇਜਿਆ ਸੀਗਾ ਕਿ ਭਾਰਤੀ ਸੰਵਿਧਾਨ ਸਭਾ ਲਈ ਇੱਕ ਯੋਜਨਾ ਬਣਾਈ ਗਈ ਸੀ ਅਤੇ ਉਹ ਯੋਜਨਾ ਦਾ ਨਾਂ ਕੀ ਰੱਖਿਆ ਗਿਆ ਸੀ? ਕ੍ਰਿਪਸ ਮਿਸ਼ਨ। ਹੁਣ ਪੇਪਰ ਦੇ ਵਿੱਚ ਇਹ ਸਵਾਲ ਪੁੱਛ ਲਿਆ ਜਾਂਦਾ ਹੈ ਕਿ ਕ੍ਰਿਪਸ ਮਿਸ਼ਨ ਕਿਸ ਲਈ ਬਣਾਇਆ ਗਿਆ ਸੀ? ਤਾਂ ਕ੍ਰਿਪਸ ਮਿਸ਼ਨ ਸੰਵਿਧਾਨ ਸਭਾ ਦੇ ਨਿਰਮਾਣ ਲਈ ਬਣਾਇਆ ਗਿਆ ਸੀ, ਜੋ ਬ੍ਰਿਟਿਸ਼ ਸਰਕਾਰ ਨੇ ਭੇਜਿਆ ਸੀ ਅਤੇ ਉਹ ਕੈਬਨਿਟ ਮੰਤਰੀ ਸੀ ਜਿਸ ਦੇ ਨਾਂ 'ਤੇ ਕ੍ਰਿਪਸ ਮਿਸ਼ਨ ਰੱਖਿਆ ਗਿਆ ਸੀ। ਉਸ ਮੰਤਰੀ ਦਾ ਕੀ ਨਾਂ ਸੀ? ਸਟੈਂਫਰਡ ਕ੍ਰਿਪਸ। ਇਹਨੂੰ 1942 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਇੰਡੀਆ 'ਚ ਭੇਜਿਆ ਸੀ। ਪਰ ਮੁਸਲਮਾਨ ਲੀਗ ਨੇ ਜੋ ਇਸ ਦਾ ਬਾਈਕਾਟ ਕੀਤਾ ਸੀ ਕਿ ਸਾਨੂੰ ਇਹਨਾਂ ਦੀਆਂ ਸ਼ਰਤਾਂ ਮਨਜ਼ੂਰ ਨਹੀਂ ਹਨ, ਕਿਉਂਕਿ ਮੁਸਲਮਾਨ ਲੀਗ ਸੀ ਜੋ ਆਪਣਾ ਅਲੱਗ ਤੌਰ 'ਤੇ ਮੈਂਬਰ ਸੰਵਿਧਾਨ ਰਾਜ ਬਣਾਉਣਾ ਚਾਹੁੰਦੀ ਸੀ। ਹੌਲੀ ਹੌਲੀ ਮੰਗ ਵੱਧਦੀ ਗਈ, ਦੇਸ਼ ਆਜ਼ਾਦੀ ਦੇ ਵੱਲ ਵੱਧਦਾ ਗਿਆ ਅਤੇ 1946 ਦੇ ਵਿੱਚ ਜਾ ਕੇ ਬ੍ਰਿਟਿਸ਼ ਸਰਕਾਰ ਨੇ ਫਿਰ ਕੈਬਨਿਟ ਮਿਸ਼ਨ ਭੇਜਿਆ ਸੰਵਿਧਾਨ ਸਭਾ ਬਣਾਉਣ ਲਈ। ਪਰ ਮੁਸਲਮਾਨ ਲੀਗ ਨੇ ਫਿਰ ਇਸ ਦਾ ਬਾਈਕਾਟ ਕੀਤਾ ਸੀ ਕਿ ਸਾਨੂੰ ਇਸ ਦੀਆਂ ਸ਼ਰਤਾਂ ਮਨਜ਼ੂਰ ਨਹੀਂ ਹਨ। ਪਰ ਇਹ ਕੈਬਨਿਟ ਮਿਸ਼ਨ ਨੇ ਸੰਵਿਧਾਨ ਸਭਾ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਸੀ। ਹੁਣ 1946 ਦੇ ਵਿੱਚ ਸੰਵਿਧਾਨ ਸਭਾ ਬਣ ਗਈ ਸੀ ਅਤੇ ਸੰਵਿਧਾਨ ਸਭਾ ਹੁਣ ਬਣੀ ਕਿਵੇਂ ਤੋਂ ਉਹਦਾ ਗਠਨ ਕਿਵੇਂ ਹੋਇਆ ਹੁਣ ਆਪਾਂ ਉਹ ਦੇਖਾਂਗੇ। ਹਾਂਜੀ, ਸੰਵਿਧਾਨ ਸਭਾ ਦਾ ਗਠਨ ਕੈਬਨਿਟ ਮਿਸ਼ਨ ਦੇ ਕਹਿਣ 'ਤੇ 1946 ਵਿੱਚ ਹੋਇਆ ਸੀ ਅਤੇ ਇਸ ਦੇ ਮੈਂਬਰਾਂ ਦੀ ਗਿਣਤੀ 399 ਹੋਣੀ ਸੀ। ਇਸ ਵਿੱਚ 296 ਸੀਟਾਂ ਬ੍ਰਿਟਿਸ਼ ਭਾਰਤ ਅਤੇ 93 ਸੀਟਾਂ ਦੇਸੀ ਰਿਆਸਤਾਂ ਦੀਆਂ ਹੋਣੀਆਂ ਸਨ। ਮਤਲਬ ਦੇਖੋ, ਕੈਬਨਿਟ ਮਿਸ਼ਨ ਨੇ ਸੰਵਿਧਾਨ ਸਭਾ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਸੀ 1946 ਦੇ ਵਿੱਚ, ਅਤੇ ਜਿਹੜੇ ਇਹਦੇ ਮੈਂਬਰ ਹੋਣੇ ਸਨ ਸੰਵਿਧਾਨ ਸਭਾ ਦੇ ਉਹ 399 ਹੋਣੇ ਸੀ ਅਤੇ ਜਿਨ੍ਹਾਂ ਦੇ ਵਿੱਚੋਂ 296 ਸੀਟਾਂ 'ਚੋਂ ਬ੍ਰਿਟਿਸ਼ ਭਾਰਤ ਮਤਲਬ ਕੁਝ ਰਿਆਸਤਾਂ ਸੀਗੀਆਂ ਜਿਵੇਂ ਦੇਸੀ ਰਿਆਸਤਾਂ ਮਹਾਰਾਜ ਸੀਗੇ, ਜੀਂਦ, ਪਟਿਆਲਾ, ਕਲਸੀਆਂ, ਨਾਭਾ, ਇਹ 93 ਰਿਆਸਤਾਂ ਸੀ। 93 ਰਿਆਸਤਾਂ ਨੂੰ ਇਹ ਕਿਹਾ ਸੀਗਾ ਇਹਨਾਂ ਦੇ ਅਲੱਗ ਜੋ ਇਹਨਾਂ ਦੇ ਅਧੀਨ ਲੋਕ ਰਹਿੰਦੇ ਸੀ ਉਸ ਸਮੇਂ ਉਹ ਵੋਟਾਂ ਪਾਉਣਗੇ, ਉਹਨਾਂ ਦੇ ਮੈਂਬਰ ਹੋਣਗੇ ਅਤੇ 296 ਸੀਟਾਂ ਜੋ ਬ੍ਰਿਟਿਸ਼ ਜਿੱਥੇ ਜਿੱਥੇ ਬ੍ਰਿਟਿਸ਼ ਸਰਕਾਰ ਦਾ ਰਾਜ ਸੀ ਉੱਥੋਂ ਵੋਟਾਂ ਭਾਰਤੀ ਪਾਉਣਗੇ। ਉਹਨਾਂ ਦੇ ਵਿੱਚੋਂ 296 ਸੀਟਾਂ ਹੋਣਗੀਆਂ ਅਤੇ 93 ਸੀਟਾਂ ਦੇਸੀ ਰਿਆਸਤਾਂ ਦੀਆਂ ਹੋਣਗੀਆਂ ਮਹਾਰਾਜਿਆਂ ਦੀਆਂ। ਹਾਂਜੀ, ਅਤੇ ਇਹ ਜਿਹੜੀਆਂ 399 ਸੀਟਾਂ ਸੀ 10 ਲੱਖ ਜਨਸੰਖਿਆ ਪਿੱਛੇ ਇੱਕ ਸੀਟ ਆਉਂਦੀ ਸੀਗੀ। ਤੁਸੀਂ ਆਪ ਹੀ ਸੋਚ ਲਓ ਕਿੰਨੇ ਜਨਸੰਖਿਆ ਸੀ, ਕਿਉਂਕਿ ਉਦੋਂ ਤਾਂ ਪਾਕਿਸਤਾਨ ਵੀ ਇੱਧਰ ਸੀ, ਬੰਗਲਾਦੇਸ਼ ਵੀ ਇੱਧਰ ਸੀ। ਫਿਰ ਇਸ ਤੋਂ ਬਾਅਦ ਜੋ 296 ਮੈਂਬਰਾਂ ਵਿੱਚੋਂ 292 ਮੈਂਬਰ ਚੁਣੇ ਗਏ ਸੀ ਉਹ 11 ਗਵਰਨਰਾਂ ਦੇ ਸੂਬਿਆਂ ਅਤੇ 4 ਚੀਫ ਕਮਿਸ਼ਨਰਾਂ ਦੇ ਖੇਤਰਾਂ ਵਿੱਚੋਂ ਸਨ। 11 ਗਵਰਨਰ ਸੀ ਜੋ ਸੂਬਿਆਂ ਦੇ ਰਾਜ ਸੀਗੇ ਜਿਹੜੇ ਬ੍ਰਿਟਿਸ਼ ਭਾਰਤ ਦੇ ਅੰਡਰ ਆਉਂਦੇ ਸੀ ਅਤੇ 4 ਚੀਫ ਕਮਿਸ਼ਨਰਾਂ ਦੇ ਖੇਤਰਾਂ 'ਚੋਂ ਚੁਣੇ ਗਏ ਸਨ। ਸੰਵਿਧਾਨ ਸਭਾ ਦੀ ਚੋਣਾਂ ਜੁਲਾਈ ਅਗਸਤ ਮਹੀਨੇ 'ਚ ਹੋਈਆਂ ਸੀ 1946 ਵਿੱਚ, ਜੋ ਕਿ 296 ਸੀਟਾਂ ਲਈ ਹੋਈਆਂ ਸਨ। ਪਰ ਮੈਂਬਰ ਸਨ 399 ਕਿਉਂਕਿ ਦੇਸੀ ਰਿਆਸਤਾਂ ਨੇ ਇਸ ਦਾ ਬਾਈਕਾਟ ਕਰਤਾ ਸੀ ਕਿ ਅਸੀਂ ਇਸ ਚੋਣਾਂ ਦੇ ਵਿੱਚ ਭਾਗ ਨਹੀਂ ਲਵਾਂਗੇ, ਅਸੀਂ ਸੰਵਿਧਾਨ ਸਭਾ ਦੇ ਨਾਲ ਨਹੀਂ ਹਨ। ਫਿਰ ਜੋ 296 ਸੀਟਾਂ ਦੀਆਂ ਵੋਟਾਂ ਹੋਈਆਂ ਸਨ ਉਹਨਾਂ ਦੇ ਵਿੱਚੋਂ ਇੰਡੀਅਨ ਨੈਸ਼ਨਲ ਕਾਂਗਰਸ ਨੂੰ 208 ਸੀਟਾਂ ਮਿਲੀਆਂ ਸੀ ਅਤੇ ਮੁਸਲਿਮ ਲੀਗ ਨੂੰ 73 ਸੀਟਾਂ ਮਿਲੀਆਂ ਸੀ ਅਤੇ ਜਿਹੜੇ ਛੋਟੇ ਉਮੀਦਵਾਰ ਜਾਂ ਕੋਈ ਆਜ਼ਾਦ ਉਮੀਦਵਾਰ ਖੜ੍ਹਾ ਸੀ ਉਹ 15 ਸੀਟਾਂ ਜਿੱਤੇ ਸਨ ਅਤੇ ਟੋਟਲ ਸੀਟਾਂ 296 ਸੀਟਾਂ ਦੀ ਉਦੋਂ ਜਿੱਤੀਆਂ ਸਨ। ਵੋਟਿੰਗ ਹੋਈ ਸੀ ਅਤੇ ਦੇਸੀ ਰਿਆਸਤਾਂ ਦੇ 93 ਮੈਂਬਰ ਸੀ ਅਤੇ ਆਪਣੇ 93 ਮੈਂਬਰ ਸੀ ਉਹਨਾਂ ਨੇ ਆਪਣੇ ਆਪ ਨੂੰ ਸੰਵਿਧਾਨ ਸਭਾ ਤੋਂ ਅਲੱਗ ਕਰ ਲਿਆ ਸੀ ਕਿ ਅਸੀਂ ਸੰਵਿਧਾਨ ਸਭਾ ਦੇ ਨਾਲ ਨਹੀਂ ਹਾਂ। ਅਤੇ ਫਿਰ ਸੰਵਿਧਾਨ ਸਭਾ ਹੁਣ ਬਣ ਕੇ ਤਿਆਰ ਹੋ ਗਈ ਸੀ ਅਤੇ ਸੰਵਿਧਾਨ ਸਭਾ ਤੋਂ ਬਾਅਦ ਇਸ ਤੋਂ ਬਾਅਦ ਆ ਬਹੁਤ ਇੰਪੋਰਟੈਂਟ ਹਨ ਕਿਉਂਕਿ ਇਸ ਦੇ ਵਿੱਚੋਂ ਬਹੁਤ ਜ਼ਿਆਦਾ ਪ੍ਰਸ਼ਨ ਪੁੱਛੇ ਜਾਂਦੇ ਹਨ। ਹਾਂਜੀ, ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਦੇਖਣਾ ਅਤੇ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਕਿਉਂਕਿ ਮੇਨ ਪ੍ਰਸ਼ਨ ਜੋ ਬਣਦੇ ਹਨ ਉਹ ਇੱਥੋਂ ਹੀ ਬਣਦੇ ਹਨ। ਜਿਵੇਂ ਕਿ 9 ਦਸੰਬਰ 1946 ਨੂੰ ਕੀ ਹੋਇਆ ਸੀ?
ਸੰਵਿਧਾਨ ਸਭਾ ਇਸ ਦਿਨ ਪਾਸ ਹੋ ਗਈ ਸੀਗੀ, ਕਿਉਂਕਿ 296 ਮੈਂਬਰ ਸੀਗੇ ਜਿਹੜੇ ਉਹ ਸੰਵਿਧਾਨ ਸਭਾ ਦੇ ਮੈਂਬਰ ਬਣ ਚੁੱਕੇ ਸਨ। ਅਤੇ 9 ਦਸੰਬਰ 1946 ਨੂੰ ਸੰਵਿਧਾਨ ਸਭਾ ਪਾਸ ਹੋ ਗਈ ਸੀ। ਉਸੇ ਦਿਨ ਹੀ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ। ਜੋ ਹੁਣ ਮੈਂਬਰ ਜਿੱਤ ਕੇ ਜਾਂਦੇ ਹਨ ਉਹਨਾਂ ਦੀ ਮੀਟਿੰਗ ਹੁੰਦੀ ਹੈ। ਜਿਵੇਂ ਕਿ ਹੁਣ ਕਰੰਟ ਦੇ ਵਿੱਚ ਲੋਕ ਸਭਾ ਰਾਜ ਸਭਾ ਦੇ ਆਪਣੇ ਮੈਂਬਰ ਜਿੱਤ ਕੇ ਜਾਂਦੇ ਹਨ, ਸਭ ਤੋਂ ਪਹਿਲਾਂ ਕੀ ਹੁੰਦਾ ਉੱਥੇ ਮੀਟਿੰਗ ਹੀ ਹੁੰਦੀ ਹੈ ਨਾ। ਫਿਰ ਉਹ ਮੀਟਿੰਗ ਨੂੰ ਸੰਬੋਧਨ ਕਰਨ ਵਾਲਾ ਜੋ ਪਹਿਲਾ ਵਿਅਕਤੀ ਹੋਇਆ ਸੀ ਉਹ JB ਕਿਰਪਲਾਨੀ। ਬਹੁਤ ਇੰਪੋਰਟੈਂਟ ਹੈ ਇਹ। ਭਾਰਤੀ ਸੰਵਿਧਾਨ ਸਭਾ ਨੂੰ ਸੰਬੋਧਨ ਕਰਨ ਵਾਲਾ ਜੋ ਪਹਿਲਾ ਵਿਅਕਤੀ ਸੀ ਉਹ JB ਕਿਰਪਲਾਨੀ ਸੀ। ਅਤੇ ਸੰਵਿਧਾਨ ਸਭਾ ਦਾ ਹੁਣ ਪਹਿਲਾ ਪ੍ਰਧਾਨ ਜਾਂ ਅਸਥਾਈ ਪ੍ਰਧਾਨ, ਕੋਈ ਆਪਣੀ ਇੱਕ ਕਮੇਟੀ ਲਾ ਲਓ, ਕੋਈ ਵੀ ਆਪਾਂ ਮੈਂਬਰ ਚੁਣ ਲਈਏ, ਉਹਨਾਂ ਦੇ ਵਿੱਚੋਂ ਇੱਕ ਆਪਾਂ ਪ੍ਰਧਾਨ ਚੁਣਦੇ ਹਾਂ। ਉਸੇ ਤਰ੍ਹਾਂ ਸੰਵਿਧਾਨ ਸਭਾ ਦਾ ਪਹਿਲਾ ਪ੍ਰਧਾਨ ਜਾਂ ਅਸਥਾਈ ਪ੍ਰਧਾਨ ਕੌਣ ਸੀ? ਡਾਕਟਰ ਸਚਿਦਾਨੰਦ ਸਿਨਹਾ। ਇਹ ਆਪਣੀ ਸੰਵਿਧਾਨ ਸਭਾ ਦਾ ਪਹਿਲਾ ਪ੍ਰਧਾਨ ਸੀ। ਹੁਣ ਅਸਥਾਈ ਪ੍ਰਧਾਨ ਕਿਉਂ? ਅਸਥਾਈ ਪ੍ਰਧਾਨ ਇਸ ਕਰਕੇ ਕਿਉਂਕਿ ਇਹ 2 ਦਿਨਾਂ ਬਾਅਦ ਵਿਚਾਰਾ ਲਾਤਾ ਸੀ, ਕਿਉਂਕਿ ਮੁਸਲਿਮ ਲੀਗ ਨੇ ਇਸ ਦਾ ਬਾਈਕਾਟ ਕਰਨਾ ਸ਼ੁਰੂ ਕਰਤਾ ਸੀ ਕਿ ਸਾਨੂੰ ਇਹ ਪਸੰਦ ਨਹੀਂ ਹੈ, ਕਿਉਂਕਿ ਉਹ ਆਪਣੇ ਇੱਕ ਅਲੱਗ ਰਾਜ ਦੀ ਮੰਗ ਕਰ ਰਹੇ ਸੀ। 11 ਦਸੰਬਰ 1946 2 ਦਿਨਾਂ ਬਾਅਦ ਦੂਸਰੀ ਮੀਟਿੰਗ ਹੋਈ ਅਤੇ ਸਥਾਈ ਪ੍ਰਧਾਨ ਚੁਣਿਆ ਗਿਆ ਡਾਕਟਰ ਰਜਿੰਦਰ ਪ੍ਰਸਾਦ। ਇਹ ਬਹੁਤ ਇੰਪੋਰਟੈਂਟ ਆ। ਇਹਨਾਂ ਦੇ ਵਿੱਚ ਬਹੁਤ ਪ੍ਰਸ਼ਨ ਉਲਝਾ ਕੇ ਪੁੱਛਦੇ ਹਨ ਕਿ ਭਾਰਤੀ ਸੰਵਿਧਾਨ ਸਭਾ ਦਾ ਪਹਿਲਾ ਅਸਥਾਈ ਪ੍ਰਧਾਨ ਕੌਣ ਸੀ ਜਾਂ ਪਹਿਲਾ ਪ੍ਰਧਾਨ ਕੌਣ ਸੀ? ਤਾਂ ਅਸਥਾਈ ਜਾਂ ਪਹਿਲਾ ਪ੍ਰਧਾਨ ਡਾਕਟਰ ਸਚਿਦਾਨੰਦ ਸਿਨਹਾ ਸੀ। ਜੋ ਸਥਾਈ ਪ੍ਰਧਾਨ ਸੀ ਉਹ ਡਾਕਟਰ ਰਜਿੰਦਰ ਪ੍ਰਸਾਦ ਸੀ। ਅਤੇ ਫਿਰ ਜੋ ਉਪ ਪ੍ਰਧਾਨ ਚੁਣੇ ਗਏ ਸਨ ਉਹ ਡਾਕਟਰ HC ਮੁਖਰਜੀ ਸੀ ਅਤੇ VT ਕ੍ਰਿਸ਼ਨਾਮਚਾਰੀ। ਇਹ ਦੋਨੇ ਸੰਵਿਧਾਨ ਸਭਾ ਦੇ ਉਪ ਪ੍ਰਧਾਨ ਸਨ। ਫਿਰ 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਦੇ ਵਿੱਚ ਇੱਕ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਸੀ ਅਤੇ ਇਹ ਉਦੇਸ਼ ਪ੍ਰਸਤਾਵ ਬਾਅਦ ਵਿੱਚ ਜਾ ਕੇ ਪ੍ਰਸਤਾਵਨਾ ਪੈਰੰਬਲ ਦੇ ਨਾਂ ਨਾਲ ਪ੍ਰਸਿੱਧ ਹੋਇਆ ਸੀ। ਫਿਰ 22 ਜਨਵਰੀ 1947 ਉਦੇਸ਼ ਪ੍ਰਸਤਾਵ ਸੰਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕਰਤਾ ਸੀ। ਮਤਲਬ ਇਹ ਉਦੇਸ਼ ਪ੍ਰਸਤਾਵ ਸੀਗਾ ਜੋ ਸੰਵਿਧਾਨ ਸਭਾ ਨੇ ਸਰਬਸੰਮਤੀ ਸਾਰੇ ਮੈਂਬਰਾਂ ਨੇ ਇਹ ਪਾਸ ਕਰਤਾ ਸੀ, ਸਾਨੂੰ ਮਨਜ਼ੂਰ ਹੈ। ਫਿਰ 22 ਜੁਲਾਈ 1947 ਨੂੰ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਅਪਣਾਇਆ ਸੀ ਸੰਵਿਧਾਨ ਸਭਾ ਨੇ। ਅਤੇ ਫਿਰ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਸੀ। ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਸੀ ਜੋ ਕਿ ਰੈੱਡ ਕਲੀਫ ਨੇ ਕਰਾਈ ਸੀ। ਅਤੇ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਵੀ ਲਾਰਡ ਮਾਊਂਟਬੈਟਨ ਸੀ, ਉਹ ਵੀ ਇੱਕ ਬ੍ਰਿਟਿਸ਼ ਹੀ ਸੀ। ਹਾਂਜੀ। ਫਿਰ 29 ਅਗਸਤ 1947 ਇਹ ਬਹੁਤ ਇੰਪੋਰਟੈਂਟ ਡੇਟ ਹੈ ਕਿਉਂਕਿ ਪੇਪਰ ਦੇ ਵਿੱਚ ਬਹੁਤ ਪ੍ਰਸ਼ਨ ਪੁੱਛੇ ਜਾਂਦੇ ਹਨ 29 ਅਗਸਤ 1947 ਦੇ ਰਿਲੇਟਡ। ਜਿਵੇਂ ਕਿ 29 ਅਗਸਤ 1947 ਨੂੰ ਕੀ ਹੋਇਆ ਸੀ? ਇਸ ਦਿਨ ਖਰੜਾ ਕਮੇਟੀ ਜਾਂ ਡਰਾਫਟਿੰਗ ਕਮੇਟੀ ਦਾ ਨਿਰਮਾਣ ਹੋਇਆ ਸੀ। ਹੁਣ ਸਾਡਾ ਦੇਸ਼ ਆਜ਼ਾਦ ਹੋ ਚੁੱਕਿਆ ਸੀ। ਸਾਡੇ ਦੇਸ਼ ਨੂੰ ਚਲਾਉਣ ਲਈ ਆਪਣੇ ਖੁਦ ਦਾ ਕੁਝ ਨਾ ਕੁਝ ਸੰਵਿਧਾਨ ਹੋਣਾ ਜ਼ਰੂਰੀ ਸੀ। ਸੋ ਉਸੇ ਨਾਲ ਰਿਲੇਟਡ ਸਾਡੀ ਸੰਵਿਧਾਨ ਸਭਾ ਨੇ ਖਰੜਾ ਕਮੇਟੀ ਜਾਂ ਡਰਾਫਟਿੰਗ ਕਮੇਟੀ ਦਾ ਨਿਰਮਾਣ ਕੀਤਾ 29 ਅਗਸਤ 1947 ਨੂੰ। ਅਤੇ ਇਹ ਕਮੇਟੀ ਦੇ ਜੋ ਪ੍ਰਧਾਨ ਜਾਂ ਚੇਅਰਮੈਨ ਉਹ ਡਾਕਟਰ ਭੀਮ ਰਾਓ ਅੰਬੇਦਕਰ ਸਨ, ਕਿਉਂਕਿ ਡਾਕਟਰ ਭੀਮ ਰਾਓ ਅੰਬੇਦਕਰ ਇੱਕ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਸਨ। ਉਹਨਾਂ ਤੋਂ ਬਿਨਾਂ ਹੋਰ ਵੀ ਇੰਨੀ ਨੌਲੇਜ ਕਿਸੇ ਨੂੰ ਨਹੀਂ ਸੀ, ਤਾਂ ਕਰਕੇ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਇਸੇ ਦੇ ਲਈ ਚੁਣਿਆ ਗਿਆ ਸੀ। ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਨਾਲ 6 ਮੈਂਬਰ ਹੋਰ ਸਨ। ਟੋਟਲ ਇਹ 7 ਮੈਂਬਰੀ ਕਮੇਟੀ ਸੀ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਇਹਦੇ ਚੇਅਰਮੈਨ ਸਨ। ਅਤੇ ਜੋ ਬਾਕੀ ਮੈਂਬਰ ਸਨ ਉਹ ਸਨ KM ਮੁਨਸ਼ੀ, ਮੁਹੰਮਦ ਸਾਦੁੱਲਾ, ਕ੍ਰਿਸ਼ਨਾ ਸਵਾਮੀ ਅਈਅਰ, ਗੋਪਾਲ ਸਵਾਮੀ, N ਮਾਧਵ ਰਾਓ। ਇਹ BL ਮਿੱਤਲ ਦੀ ਜਗ੍ਹਾ 'ਤੇ ਆਏ ਸੀ। TT ਕ੍ਰਿਸ਼ਨਾਮਚਾਰੀ ਇਹ DP ਖਿਤਾਨ ਦੀ ਜਗ੍ਹਾ ਆਏ ਸੀ। ਇਹ ਸੰਵਿਧਾਨ ਸਭਾ ਦੇ ਉਪ ਪ੍ਰਧਾਨ ਵੀ ਸਨ TT ਕ੍ਰਿਸ਼ਨਾਮਚਾਰੀ। ਹਾਂਜੀ। ਦੇਖਦੇ ਹਾਂ ਫਿਰ ਕੀ ਹੋਇਆ ਸੀ। 4 ਨਵੰਬਰ 1948 ਨੂੰ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਸਭਾ ਦੇ ਵਿੱਚ ਪਹਿਲੀ ਵਾਰ ਖਰੜਾ ਪੇਸ਼ ਕੀਤਾ ਸੀ।
ਸੰਵਿਧਾਨ ਨੂੰ ਰਿਲੇਟਡ ਪਹਿਲੀ ਵਾਰ ਖਰੜੇ ਦਾ ਮਤਲਬ ਇੱਕ ਕੱਚਾ ਚੀਜ਼ ਹੁੰਦੀ ਹੈ। ਉਹ 4 ਨਵੰਬਰ 1948 ਨੂੰ ਸੰਵਿਧਾਨ ਸਭਾ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਨੇ ਪੇਸ਼ ਕੀਤਾ ਸੀ ਅਤੇ ਇਹ ਖਰੜੇ ਦੇ ਉੱਪਰ 5 ਦਿਨ ਚਰਚਾ ਚੱਲੀ ਸੀ ਅਤੇ ਇਹ ਚਰਚਾ ਨੂੰ ਲੈ ਕੇ ਸੰਵਿਧਾਨ ਦੇ ਵਿੱਚ ਕੁਝ ਕਮੀਆਂ ਆ ਰਹੀਆਂ ਸਨ। ਸੋ ਇਸ ਨੂੰ ਦੁਬਾਰਾ ਕਿਹਾ ਸੀ ਵੀ ਇਸ ਨੂੰ ਦੁਬਾਰਾ ਇਹਦੀਆਂ ਗਲਤੀਆਂ ਨੂੰ ਥੋੜ੍ਹਾ ਠੀਕ ਕੀਤਾ ਜਾਵੇ। ਫਿਰ 15 ਨਵੰਬਰ 1948 ਨੂੰ ਸੰਵਿਧਾਨ ਸਭਾ ਦੇ ਵਿੱਚ ਦੂਸਰੀ ਵਾਰ ਡਾਕਟਰ ਭੀਮ ਰਾਓ ਅੰਬੇਦਕਰ ਨੇ ਖਰੜਾ ਪੇਸ਼ ਕੀਤਾ ਸੀ ਅਤੇ 26 ਨਵੰਬਰ 1949 ਮੋਸਟ ਇੰਪੋਰਟੈਂਟ ਡੇਟ ਆ ਇਹ। ਇਹਦੇ ਨਾਲ ਰਿਲੇਟਡ ਵੀ ਬਹੁਤ ਪ੍ਰਸ਼ਨ ਪੁੱਛੇ ਜਾਂਦੇ ਹਨ। 26 ਨਵੰਬਰ 1949 ਨੂੰ ਸੰਵਿਧਾਨ ਸਭਾ ਵਿੱਚ ਆਖਰੀ ਵਾਰ ਖਰੜਾ ਪੇਸ਼ ਕੀਤਾ ਗਿਆ ਅਤੇ ਸੰਵਿਧਾਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸਾਰੇ ਸੰਵਿਧਾਨ ਦੇ ਮੈਂਬਰਾਂ ਨੇ ਇਹਤੇ ਸਾਈਨ ਕਰਤੇ ਸੀ। 284 ਮੈਂਬਰਾਂ ਨੇ ਇਹਦੇ 'ਤੇ ਸਾਈਨ ਕੀਤੇ ਸੀ। ਹੁਣ 2-3 ਵਾਰ ਇੱਕ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਸੰਵਿਧਾਨ ਉੱਪਰ ਜੋ ਉਸ ਵਿਅਕਤੀ ਨੇ ਆਖਰੀ 'ਤੇ ਸਾਈਨ ਕੀਤੇ ਸੀ ਮਤਲਬ ਹਸਤਾਖਰ ਕੀਤੇ ਸੀ ਉਹ ਕੌਣ ਸਨ? ਉਹ ਸਨ ਫਿਰੋਜ਼ ਗਾਂਧੀ। ਇਹ 2-3 ਪੇਪਰਾਂ ਦੇ ਵਿੱਚ ਹੁਣ ਤੱਕ ਪੁੱਛ ਲਿਆ ਗਿਆ ਹੈ ਕਿ ਸੰਵਿਧਾਨ ਸਭਾ 'ਤੇ ਆਖਰੀ 'ਤੇ ਸਾਈਨ ਕਿਹਨੇ ਕੀਤੇ ਸੀ? ਤਾਂ ਉਹ ਕੀਤੇ ਸੀ ਫਿਰੋਜ਼ ਗਾਂਧੀ ਨੇ ਕੀਤੇ ਸੀ। ਹੁਣ ਆਪਣਾ 26 ਨਵੰਬਰ 1949 ਨੂੰ ਸੰਵਿਧਾਨ ਬਣ ਕੇ ਪੂਰਾ ਰੈਡੀ ਹੋ ਚੁੱਕਿਆ ਸੀ ਅਤੇ ਸੰਵਿਧਾਨ ਲਾਗੂ ਕਰਨ ਲਈ ਤਰੀਕ ਰੱਖਤੀ ਸੀ ਅਤੇ 26 ਜਨਵਰੀ 1950। ਉਸ ਤੋਂ 2 ਦਿਨ ਪਹਿਲਾਂ 24 ਜਨਵਰੀ 1950 ਨੂੰ ਸੰਵਿਧਾਨ ਸਭਾ ਦੀ ਅੰਤਿਮ ਮੀਟਿੰਗ ਹੋਈ ਸੀ ਅਤੇ ਭਾਰਤ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਡਾਕਟਰ ਰਾਜਿੰਦਰ ਪ੍ਰਸਾਦ। ਡਾਕਟਰ ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪਹਿਲੇ ਸਥਾਈ ਪ੍ਰਧਾਨ ਵੀ ਸਨ ਅਤੇ ਇਸੇ ਦਿਨ ਹੀ ਰਾਸ਼ਟਰੀ ਗਾਨ ਅਪਣਾਇਆ ਗਿਆ ਸੀ ਅਤੇ ਇਸੇ ਦਿਨ ਹੀ ਰਾਸ਼ਟਰੀ ਗੀਤ ਵੀ ਅਪਣਾਇਆ ਗਿਆ ਸੀ। ਰਾਸ਼ਟਰੀ ਗਾਨ ਆ ਸਾਡਾ ਜਨ ਗਣ ਮਨ ਜੋ ਕਿ ਰਵਿੰਦਰਨਾਥ ਟੈਗੋਰ ਨੇ ਲਿਖਿਆ ਹੈ ਅਤੇ ਰਾਸ਼ਟਰੀ ਗੀਤ ਬੰਦੇ ਮਾਤਰਮ ਹੈ ਜੋ ਕਿ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਹੈ ਅਤੇ 26 ਜਨਵਰੀ 1950 ਨੂੰ ਸੰਵਿਧਾਨ ਪੂਰਨ ਰੂਪ ਵਿੱਚ ਸਾਡੇ ਦੇਸ਼ ਦੇ ਵਿੱਚ ਲਾਗੂ ਹੋ ਗਿਆ ਸੀ। ਅਤੇ ਹੁਣ ਆਪਾਂ ਭਾਰਤੀ ਸੰਵਿਧਾਨ ਜੋ ਤਿਆਰ ਹੋਇਆ ਸੀ ਬਣਿਆ ਸੀ ਉਹਦੇ ਵਿੱਚ ਕੀ ਕੀ ਚੀਜ਼ਾਂ ਸੀ? ਹਾਂਜੀ, ਭਾਰਤੀ ਸੰਵਿਧਾਨ ਦੇ ਵਿੱਚ 395 ਆਰਟੀਕਲ, 22 ਭਾਗ ਅਤੇ 8 ਅਨੁਸੂਚੀਆਂ ਸਨ ਉਸ ਸਮੇਂ ਅਤੇ ਇਹ ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਤਿਆਰ ਹੋ ਗਿਆ ਸੀ ਅਤੇ ਸੰਵਿਧਾਨ ਸਭਾ ਦੀਆਂ ਜੋ ਕੁੱਲ ਮੀਟਿੰਗਾਂ ਉਹ 11 ਹੋਈਆਂ ਸਨ ਅਤੇ ਭਾਰਤੀ ਸੰਵਿਧਾਨ 60 ਦੇਸ਼ਾਂ ਦੇ ਸੰਵਿਧਾਨ ਦੇ ਅਧਿਐਨ ਕਰਕੇ ਬਣਿਆ ਸੀ ਕਿਉਂਕਿ ਆਪਾਂ ਵੱਖਰੀਆਂ ਵੱਖਰੀਆਂ ਚੀਜ਼ਾਂ ਵੱਖਰੇ ਵੱਖਰੇ ਦੇਸ਼ਾਂ ਦੇ ਸੰਵਿਧਾਨ ਤੋਂ ਇਕੱਠੀਆਂ ਕੀਤੀਆਂ ਸਨ ਅਤੇ ਸੰਵਿਧਾਨ ਉੱਪਰ ਉਸ ਸਮੇਂ 64 ਲੱਖ ਰੁਪਏ ਦਾ ਖਰਚ ਆਇਆ ਸੀ ਅਤੇ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ ਅਤੇ ਭਾਰਤੀ ਸੰਵਿਧਾਨ ਆ ਜਿਹੜਾ ਇਹ ਹੱਥ ਲਿਖਤ ਸੰਵਿਧਾਨ ਹੈ ਅਤੇ ਇਹ ਜੋ ਹੱਥ ਨਾਲ ਲਿਖਿਆ ਸੀ ਇਹ ਪ੍ਰੇਮ ਬਿਹਾਰੀ ਰਾਏਜਾਦਾ ਨੇ ਲਿਖਿਆ ਸੀ। ਇਸ ਦੀ ਜੋ ਓਰੀਜਨਲ ਕਾਪੀ ਹੈ ਹਜੇ ਵੀ ਪਾਰਲੀਮੈਂਟ ਦੇ ਵਿੱਚ ਪਈ ਹੈ। ਸੋ ਇਹ ਸੀ ਆਪਣਾ ਭਾਰਤੀ ਸੰਵਿਧਾਨ। ਉਮੀਦ ਆ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਅਤੇ ਜੇਕਰ ਤੁਹਾਨੂੰ ਅੱਜ ਦੀ ਇਸ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੀਆਂ ਜਿੰਨੀਆਂ ਵੀ ਆਉਣ ਵਾਲੀਆਂ ਵੀਡੀਓਜ਼ ਹਨ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਨਾਲ। ਤਦ ਤੱਕ ਮੇਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।